ਵੀਡੀਓ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਇਹ ਵੀਡੀਓ 9ਵੀਂ ਕਲਾਸ ਦੇ ਵਿਦਿਆਰਥੀਆਂ ਲਈ ਹੈ। 9th ਕਲਾਸ ਦਾ ਫਸਟ ਚੈਪਟਰ ਜਿਹੜਾ ਸਾਡੇ ਕੋਲ ਹੈ ਸੰਖਿਆ ਪ੍ਰਣਾਲੀ ਜਾਂ ਨੰਬਰ ਸਿਸਟਮ, ਉਹ ਆਪਾਂ ਸਟਾਰਟ ਕੀਤਾ ਸੀਗਾ। ਪਹਿਲਾਂ ਦੋ ਵੀਡੀਓਜ਼ ਜਿਹੜੀਆਂ ਪੋਸਟ ਕੀਤੀਆਂ ਜਾ ਚੁੱਕੀਆਂ ਨੇ। ਫਸਟ ਵੀਡੀਓ ਦੇ ਵਿੱਚ ਅਸੀਂ ਐਕਸਰਸਾਈਜ਼ 1.1 ਡਿਸਕਸ ਕੀਤੀ ਸੀ। ਸੈਕਿੰਡ ਵੀਡੀਓ ਦੇ ਵਿੱਚ ਆਪਾਂ ਐਕਸਰਸਾਈਜ਼ ਜਿਹੜੀ 1.2 ਹੈ ਉਹਦੇ ਕੁਐਸਚਨਸ ਡਿਸਕਸ ਕੀਤੇ ਸੀ, ਉਹਦੇ ਸਵਾਲ ਆਪਾਂ ਕੀਤੇ ਸੀਗੇ। ਠੀਕ ਹੈ, ਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਅਗਲਾ ਜਿਹੜਾ ਕਨਸੈਪਟ ਹੈ 1.3 ਐਕਸਰਸਾਈਜ਼ ਅਸੀਂ ਸਟਾਰਟ ਕਰਾਂਗੇ। ਉਹਦੇ ਨਾਲ ਰਿਲੇਟਡ ਜੋ ਚੀਜ਼ਾਂ ਨੇ ਉਹ ਡਿਸਕਸ ਕਰਾਂਗੇ। ਠੀਕ ਹੈ, ਤੋ ਉਹਦੇ 'ਚ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਟੌਪਿਕ ਹੈ ਉਹ ਹੈ ਵਾਸਤਵਿਕ ਸੰਖਿਆਵਾਂ ਅਤੇ ਉਹਨਾਂ ਦਾ ਦਸ਼ਮਲਵ ਪ੍ਰਸਾਰ। ਠੀਕ ਹੈ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਆਪਾਂ ਜਾਣਾਂਗੇ ਕਿ ਵਾਸਤਵਿਕ ਸੰਖਿਆਵਾਂ ਦਾ ਜਿਹੜਾ ਦਸ਼ਮਲਵ ਪ੍ਰਸਾਰ ਹੈ ਉਹਦੇ 'ਚ ਪ੍ਰਮੇਯ ਸੰਖਿਆਵਾਂ ਦਾ ਜਾਂ ਅਪਰਮੇਯ ਸੰਖਿਆਵਾਂ ਦਾ ਦਸ਼ਮਲਵ ਪ੍ਰਸਾਰ ਹੈ ਉਹ ਕਿਵੇਂ ਦਾ ਹੁੰਦਾ ਹੈ। ਸੋ ਟੌਪਿਕ ਅਸੀਂ ਦੇਖ ਰਹੇ ਹਾਂ ਵਾਸਤਵਿਕ ਸੰਖਿਆਵਾਂ ਅਤੇ ਉਹਨਾਂ ਦਾ ਦਸ਼ਮਲਵ ਪ੍ਰਸਾਰ ਜਾਂ ਦਸ਼ਮਲਵ ਵਿਸਤਾਰ। ਠੀਕ ਹੈ, ਰੀਅਲ ਨੰਬਰਸ ਐਂਡ देयर ਡੈਸੀਮਲ ਐਕਸਪੈਂਸ਼ਨ। ਤੋ ਵਾਸਤਵਿਕ ਸੰਖਿਆਵਾਂ ਸਾਨੂੰ ਪਤਾ ਨਹੀਂ, ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਪ੍ਰਮੇਯ ਸੰਖਿਆਵਾਂ ਅਤੇ ਅਪਰਮੇਯ ਸੰਖਿਆਵਾਂ ਦਾ ਸਮੂਹ ਜਿਹੜਾ ਹੁੰਦਾ ਉਹਨੂੰ ਅਸੀਂ ਵਾਸਤਵਿਕ ਸੰਖਿਆਵਾਂ ਕਹਿੰਦੇ ਹਾਂ। ਜਿਹੜੀਆਂ ਪ੍ਰਮੇਯ ਸੰਖਿਆਵਾਂ ਨੇ ਇਹ ਵੀ ਸਾਡੇ ਕੋਲ ਵਾਸਤਵਿਕ ਸੰਖਿਆਵਾਂ ਦਾ ਇੱਕ ਹਿੱਸਾ ਹੁੰਦਾ ਅਤੇ ਅਪਰਮੇਯ ਸੰਖਿਆਵਾਂ ਵੀ ਸਾਡੇ ਕੋਲ ਵਾਸਤਵਿਕ ਸੰਖਿਆਵਾਂ ਦਾ ਇੱਕ ਹਿੱਸਾ ਹੁੰਦਾ। ਠੀਕ ਹੈ, ਤੋ ਵਾਸਤਵਿਕ ਪ੍ਰਮੇਯ ਸੰਖਿਆਵਾਂ ਦੇ ਵਿੱਚ ਜਿਹੜਾ ਦਸ਼ਮਲਵ ਪ੍ਰਸਾਰ ਕਿਵੇਂ ਦਾ ਹੁੰਦਾ ਅਤੇ ਅਪਰਮੇਯ ਸੰਖਿਆਵਾਂ ਦੇ ਵਿੱਚ ਦਸ਼ਮਲਵ ਪ੍ਰਸਾਰ ਕਿਵੇਂ ਦਾ ਹੁੰਦਾ ਉਹ ਅਸੀਂ ਹੁਣ ਅੱਗੇ ਜਾਣਾਂਗੇ। ਸੋ ਕਨਸੈਪਟ ਨੂੰ ਸਮਝਣ ਲਈ ਅਸੀਂ ਸਭ ਤੋਂ ਪਹਿਲਾਂ ਇਹ ਤਿੰਨ ਜਿਹੜੀਆਂ ਪ੍ਰਮੇਯ ਸੰਖਿਆਵਾਂ ਲਈਆਂ ਨੇ 10/3, 7/8 ਅਤੇ 1/7, ਇਹਨਾਂ ਦੇ ਅਸੀਂ ਦਸ਼ਮਲਵ ਵਿਸਤਾਰ ਜਿਹੜੇ ਪਹਿਲਾਂ ਪਤਾ ਕਰਾਂਗੇ। ਦਸ਼ਮਲਵ ਵਿਸਤਾਰ ਦਾ ਭਾਵ ਹੈ ਕਿ ਅਸੀਂ 10 ਨੂੰ 3 ਦੇ ਨਾਲ ਭਾਗ ਕਰਾਂਗੇ ਅਤੇ ਭਾਗ ਕਰਕੇ ਇਹਦਾ ਭਾਗਫਲ ਜਿਹੜਾ ਉਹ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਗਫਲ ਜਿਹੜਾ ਉਹ ਸਾਡੇ ਕੋਲ ਦਸ਼ਮਲਵ ਦੇ ਵਿੱਚ ਆਏਗਾ ਅਤੇ ਤਿੰਨਾਂ ਦਾ ਦਸ਼ਮਲਵ ਪ੍ਰਸਾਰ, ਤਿੰਨਾਂ ਦੇ ਭਾਗ ਕਰਨ ਤੋਂ ਬਾਅਦ ਜੋ ਸਾਡੇ ਕੋਲ ਇਹਦਾ ਭਾਗਫਲ ਬਣਦਾ ਹੈ ਉਹੀ ਸਾਡੇ ਕੋਲ ਜਿਹੜਾ ਇਹਨਾਂ ਪ੍ਰਮੇਯ ਸੰਖਿਆਵਾਂ ਦਾ ਦਸ਼ਮਲਵ ਵਿਸਤਾਰ ਹੁੰਦਾ ਹੈ। ਅਸੀਂ ਪਹਿਲਾਂ ਇਹਨਾਂ ਨੂੰ ਹੱਲ ਕਰਦੇ ਹਾਂ, ਫਿਰ ਉਹਨਾਂ ਦੇ ਬਾਰੇ ਥੋੜ੍ਹਾ ਬਹੁਤ ਹੋਰ ਡਿਸਕਸ। ਸਭ ਤੋਂ ਪਹਿਲਾਂ ਆਪਾਂ 10 ਨੂੰ 3 ਦੇ ਨਾਲ ਜਿਹੜਾ ਭਾਗ ਕਰਦੇ ਹਾਂ, ਦੇਖਦੇ ਹਾਂ ਕੀ ਬਣਦਾ ਹੈ। 10 ਨੂੰ ਜਦੋਂ ਅਸੀਂ 3 ਨਾਲ ਭਾਗ ਕਰਾਂਗੇ ਤਾਂ ਇਹ ਸਾਡੇ ਕੋਲ 3 ਤੀਆ 9 ਔਰ ਮਾਈਨਸ ਕਰਾਂਗੇ ਤਾਂ ਬਾਕੀ ਫਿਰ ਸਾਡੇ ਕੋਲ 1 ਬਚ ਜਾਂਦਾ ਹੈ। ਅਸੀਂ 0 ਉਤਾਰ ਲਾਂਗੇ, ਜਦੋਂ ਇੱਥੇ 0 ਸਾਨੂੰ ਐਕਸਟਰਾ ਉਤਾਰਨ ਦੀ ਲੋੜ ਪੈਂਦੀ ਹੈ ਤਾਂ ਇੱਥੇ ਸਾਡੇ ਕੋਲ ਕੀ ਆ ਜਾਏਗਾ, ਦਸ਼ਮਲਵ ਆ ਜਾਏਗਾ। ਤੋ ਫਿਰ 3 ਤੀਆ 9 ਹੋਏਗਾ। ਠੀਕ ਹੈ, ਤੋ ਫਿਰ ਸਾਡੇ ਕੋਲ ਇੱਥੇ 9 ਜਿਹੜਾ ਮਾਈਨਸ ਕਰਾਂਗੇ ਅਤੇ ਬਾਕੀ ਫਿਰ ਸਾਡੇ ਕੋਲ ਜਿਹੜਾ 1 ਬਚ ਜਾਂਦਾ ਹੈ। ਫਿਰ ਅਸੀਂ 0 ਉਤਾਰਾਂਗੇ, ਫਿਰ 3 ਤੀਆ 9 ਆਏਗਾ, ਫਿਰ ਸਾਡੇ ਕੋਲ ਇੱਥੇ 9 ਆਏਗਾ, 10 ਚੋਂ 9 ਮਾਈਨਸ ਕੀਤੇ ਅਤੇ ਬਾਕੀ ਸਾਡੇ ਕੋਲ ਫਿਰ ਜਿਹੜਾ ਉਹ 1 ਬਚਦਾ ਹੈ। ਤੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹਰ ਵਾਰ ਸਾਡੇ ਕੋਲ ਜਿਹੜਾ ਉਹ ਬਾਕੀ 1 ਹੀ ਬਚਦਾ। ਇੱਕ ਵਾਰ ਫਿਰ ਅਸੀਂ ਅਗਰ ਕਰ ਵੀ ਲਈਏ ਤੋ 3 ਤੀਆ 9 ਤੋ ਫਿਰ ਸਾਡੇ ਕੋਲ ਜਿਹੜਾ ਬਾਕੀ ਉਹ 1 ਬਚ ਜਾਏਗਾ। ਠੀਕ ਹੈ, ਤੋ ਇਸੇ ਢੰਗ ਦੇ ਨਾਲ ਹੁਣ ਅਸੀਂ 7 ਨੂੰ 8 ਦੇ ਨਾਲ ਭਾਗ ਕਰਾਂਗੇ। 7 ਨੂੰ 8 ਦੇ ਨਾਲ ਭਾਗ ਨਹੀਂ ਕੀਤਾ ਜਾ ਸਕਦਾ ਕਿਉਂਕਿ 7 ਹੈ ਜਿਹੜਾ ਉਹ 8 ਤੋਂ ਸਾਡੇ ਕੋਲ ਛੋਟਾ ਹੈ। ਤੋ ਸਭ ਤੋਂ ਪਹਿਲਾਂ ਹੀ ਸਾਡੇ ਕੋਲ ਜਿਹੜਾ ਇੱਥੇ ਪੁਆਇੰਟ ਆ ਜਾਏਗਾ, ਅਸੀਂ ਇੱਥੇ ਇੱਕ 0 ਲਗਾ ਲਾਂਗੇ ਆਪਣੇ ਕੋਲ। ਠੀਕ ਹੈ, ਤੋ 8 ਨੂੰ ਅਸੀਂ 8 8 64 ਹੋ ਜਾਏਗਾ ਸਾਡੇ ਕੋਲ। ਠੀਕ, ਤੋ ਮਾਈਨਸ ਕਰਾਂਗੇ 70 ਚੋਂ 64 ਮਾਈਨਸ ਕੀਤੇ ਸਾਡੇ ਕੋਲ ਆ ਜਾਏਗਾ ਇੱਥੇ 6। ਠੀਕ ਹੈ, 6 ਜਿਹੜਾ ਬਾਕੀ ਹੁਣ ਆਇਆ 6 ਸਾਡੇ ਕੋਲ 8 ਤੋਂ ਫਿਰ ਛੋਟਾ ਹੈ, ਫਿਰ 0 ਸਾਨੂੰ ਉਤਾਰਨੀ ਪਏਗੀ ਇੱਕ। ਤੋ ਹੁਣ ਸਾਡੇ ਕੋਲ 7 8 56 ਹੋ ਜਾਏਗਾ 56। ਠੀਕ ਹੈ, ਮਾਈਨਸ ਕਰਾਂਗੇ 60 ਦੇ ਵਿੱਚੋਂ 56 ਦੇ ਬਾਕੀ ਸਾਡੇ ਕੋਲ ਜਿਹੜਾ 4 ਆ ਜਾਏਗਾ। ਇੱਕ ਵਾਰ ਫਿਰ ਅਸੀਂ 0 ਲਗਾਉਂਦੇ ਹਾਂ ਅਤੇ 8 5 40। ਹੁਣ ਸਾਡੇ ਕੋਲ ਜਿਹੜਾ ਬਾਕੀ ਹੈ ਉਹ ਕੀ ਬਣ ਜਾਏਗਾ, 0 ਬਣ ਜਾਏਗਾ। ਠੀਕ ਹੈ, ਇੱਥੇ ਸਾਡੇ ਕੋਲ ਜਿਹੜੀ ਇਹ ਡਿਵੀਜ਼ਨ ਹੈ ਉਹ ਖਤਮ ਹੋ ਜਾਂਦੀ ਹੈ। ਤੋ ਇਸ ਤੋਂ ਬਾਅਦ ਅਗਲਾ ਜਿਹੜਾ ਸਾਡੇ ਕੋਲ 1/7 ਹੈ, ਤੋ 1 ਨੂੰ ਅਸੀਂ 7 ਦੇ ਨਾਲ ਭਾਗ ਕਰਕੇ ਦੇਖਦੇ ਹਾਂ ਕਿ ਕੀ ਬਣਦਾ ਹੈ। ਹੁਣ ਜਦੋਂ 1 ਨੂੰ 7 ਦੇ ਨਾਲ ਅਸੀਂ ਡਿਵਾਈਡ ਕਰਾਂਗੇ ਤੋ 1 7 ਤੋਂ ਛੋਟਾ ਹੈ, ਤੋ ਸਭ ਤੋਂ ਪਹਿਲਾਂ ਸਾਨੂੰ ਇੱਥੇ ਇੱਕ 0 ਲਗਾਉਣੀ ਪਏਗੀ। ਅਗਰ 0 ਲਗਾਉਣੀ ਪਏਗੀ ਤਾਂ ਸਾਡੇ ਕੋਲ ਇੱਧਰ ਭਾਗਫਲ ਦੇ ਵਿੱਚ ਵੀ ਜਿਹੜਾ ਦਸ਼ਮਲਵ ਹੈ ਉਹ ਸਟਾਰਟਿੰਗ ਦੇ ਵਿੱਚ ਆ ਜਾਏਗਾ 0 ਦਸ਼ਮਲਵ। ਹੁਣ 7 1 7 ਤੋ ਮਾਈਨਸ ਕਰਾਂਗੇ ਸਾਡੇ ਕੋਲ 3 ਬਣ ਜਾਏਗਾ। ਠੀਕ, ਫਿਰ ਅਸੀਂ 0 ਉਤਾਰਦੇ ਹਾਂ ਉੱਪਰੋਂ ਤੋ 7 1 7। ਠੀਕ ਹੈ ਜੀ, ਤੋ ਇੱਕ ਜਦੋਂ 10 ਚੋਂ 7 ਮਾਈਨਸ ਕਰਾਂਗੇ ਸਾਡੇ ਕੋਲ 3 ਜਿਹੜਾ ਬਾਕੀ ਬਚਦਾ ਹੈ। 3 ਫਿਰ 7 ਤੋਂ ਛੋਟਾ ਹੈ, ਤਾਂ ਸਾਨੂੰ ਇੱਕ 0 ਇੱਥੇ ਲਗਾਉਣੀ ਪੈਂਦੀ ਆਪਣੇ ਕੋਲੋਂ। ਠੀਕ ਹੈ, ਤੋ 7 ਚੌਕ 28 ਹੋ ਜਾਏਗਾ। ਇਹਨੂੰ ਮੈਂ ਇੱਥੇ ਲਿਖ ਲਾਂ ਕਿਉਂਕਿ ਗੱਲ ਅੱਗੇ ਵਧੇਗੀ ਜੀ। ਠੀਕ, ਤੋ 7 ਚੌਕ 28 ਆਏਗਾ ਸਾਡੇ ਕੋਲ। ਇੱਥੇ 28 ਅਸੀਂ ਲਗਾ ਦਿੰਦੇ ਹਾਂ, 30 ਦੇ ਵਿੱਚੋਂ 28 ਮਾਈਨਸ ਕੀਤੇ ਤਾਂ 2 ਜਿਹੜਾ ਬਾਕੀ ਬਚਦਾ ਹੈ। ਹੁਣ 2 ਜਿਹੜਾ 7 ਤੋਂ ਛੋਟਾ ਹੈ ਤਾਂ ਫਿਰ ਸਾਨੂੰ 2 ਦੇ ਨਾਲ 0 ਜਿਹੜੀ ਉਹ ਲਗਾਉਣੀ ਪਏਗੀ। ਤੋ 7 ਦੂਣੀ 14 ਹੋ ਜਾਏਗਾ। ਠੀਕ ਹੈ ਜੀ, ਤੋ ਇੱਥੇ ਸਾਡੇ ਕੋਲ 14 ਹੋ ਗਿਆ। 14 ਜਦੋਂ ਅਸੀਂ 20 ਦੇ ਵਿੱਚੋਂ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਬਾਕੀ ਕੀ ਬਚੇਗਾ ਇੱਥੇ 6। ਤੋ 6 ਦੇ ਵਿੱਚ ਹੁਣ ਫਿਰ ਜਿਹੜਾ 6 ਹੈ ਉਹ 7 ਤੋਂ ਛੋਟਾ ਹੈ, ਤਾਂ ਸਾਨੂੰ ਇੱਥੇ ਫਿਰ 0 ਜਿਹੜੀ ਉਹ ਲਗਾਉਣੀ ਪਏਗੀ। ਅਤੇ ਹੁਣ 7 ਦਾ ਅਸੀਂ ਟੇਬਲ ਦੇਖਾਂਗੇ ਤਾਂ ਸਾਡੇ ਕੋਲ 8 7 ਜਿਹੜਾ 56 ਬਣਦਾ ਹੈ। ਤੋ ਇੱਥੇ ਸਾਡੇ ਕੋਲ 8 ਆ ਜਾਏਗਾ, ਇੱਥੇ ਸਾਡੇ ਕੋਲ 56 ਆ ਜਾਏਗਾ। ਠੀਕ,
तो 56 ਦੇ ਵਿੱਚ ਜਦੋਂ ਅਸੀਂ 60 ਚੋਂ 56 ਮਾਈਨਸ ਕਰਦੇ ਹਾਂ ਸਾਡੇ ਕੋਲ ਬਾਕੀ ਜਿਹੜਾ ਉਹ 4 ਬਚਦਾ ਹੈ। ਠੀਕ ਹੈ, 4 ਫਿਰ 7 ਤੋਂ ਛੋਟਾ ਹੈ ਤਾਂ ਸਾਨੂੰ ਫਿਰ ਦੁਬਾਰਾ 0 ਲਗਾਉਣੀ ਪਏਗੀ ਇੱਥੇ। तो 7 ਦਾ ਟੇਬਲ ਅਸੀਂ ਦੇਖਾਂਗੇ, 7 5 35, ਇੱਥੇ 5 ਆ ਜਾਏਗਾ ਸਾਡੇ ਕੋਲ। ਠੀਕ ਹੈ, ਔਰ ਹੇਠਾਂ ਜਿਹੜਾ ਸਾਡੇ ਕੋਲ ਇੱਥੇ 35 ਆਏਗਾ। तो 35 ਮਾਈਨਸ ਕਰਾਂਗੇ 40 ਦੇ ਵਿੱਚੋਂ ਤਾਂ ਇਹ 5 ਆਏਗਾ, ਫਿਰ ਅਸੀਂ ਉੱਪਰੋਂ 0 ਉਤਾਰਦੇ ਹਾਂ। ਹੁਣ ਫਿਰ ਸਾਡੇ ਕੋਲ ਇਹ 7 7 49 ਆ ਜਾਏਗਾ। 7 7 49 ਜਿਹੜਾ ਸਾਡੇ ਕੋਲ ਆਏਗਾ। 49 ਤੋਂ ਬਾਅਦ ਹੁਣ ਜਦੋਂ ਅਸੀਂ ਫਿਰ ਮਾਈਨਸ ਕਰਦੇ ਹਾਂ, ਫਿਰ ਸਾਡੇ ਕੋਲ ਇੱਕ ਜਿਹੜਾ ਬਾਕੀ ਬਚਦਾ ਹੈ। तो ਅਸੀਂ ਇਹਨੂੰ ਉਦੋਂ ਤੱਕ ਕਰਦੇ ਜਾਣਾ ਹੈ ਜਦੋਂ ਤੱਕ ਸਾਡੇ ਕੋਲ ਜਿਹੜੀ ਸੰਖਿਆ ਅਸੀਂ ਜਦੋਂ ਤੱਕ ਜਿਹੜਾ ਬਾਕੀ ਹੈ, ਜਿਵੇਂ ਹੁਣ ਅਸੀਂ ਸਟਾਰਟਿੰਗ ਦੇਖੀਏ, ਸਭ ਤੋਂ ਪਹਿਲਾਂ ਅਸੀਂ ਸਟਾਰਟ ਕੀਤਾ ਸੀ 1 ਤੋਂ। 1 ਨੂੰ 7 ਦੇ ਨਾਲ ਭਾਗ ਕਰਨਾ ਹੈ। 1 ਨੂੰ 7 ਦੇ ਨਾਲ ਅਸੀਂ ਭਾਗ ਕਰਨਾ ਸ਼ੁਰੂ ਕੀਤਾ ਸੀਗਾ। ਤਾਂ ਉਸ ਤੋਂ ਬਾਅਦ ਬਾਕੀ ਜਿਹੜਾ ਮੇਰੇ ਕੋਲ ਪਹਿਲੇ ਕੇਸ ਦੇ ਵਿੱਚ 3 ਆਇਆ। ਸਭ ਤੋਂ ਪਹਿਲਾਂ ਸਾਡੇ ਕੋਲ ਸੰਖਿਆ 1 ਸੀ, ਫਿਰ ਬਾਕੀ 3 ਆਇਆ, ਫਿਰ ਬਾਕੀ 2 ਆਇਆ, ਫਿਰ ਬਾਕੀ 6 ਆਇਆ, ਫਿਰ ਬਾਕੀ 4 ਆਇਆ, ਫਿਰ ਬਾਕੀ 5 ਆਇਆ, ਤੇ ਦੁਬਾਰਾ ਫਿਰ ਸਾਡੇ ਕੋਲ 1 ਆ ਗਿਆ। ਹੁਣ ਇਹ 1 ਦੇ ਨਾਲ ਅਸੀਂ 0 ਲਗਾਵਾਂਗੇ ਤਾਂ ਫਿਰ ਅਸੀਂ ਦੇਖ ਸਕਦੇ ਹਾਂ ਕਿ ਦੁਬਾਰਾ ਉਹੀ ਚੀਜ਼ ਸਾਰੀ ਫਿਰ ਸਟਾਰਟ ਹੋ ਜਾਏਗੀ। ਇੱਥੇ ਮੇਰੇ ਕੋਲ 10 ਬਣੇਗਾ। ਠੀਕ ਹੈ ਨਾ, 10 ਨੂੰ ਫਿਰ ਮੈਂ ਭਾਗ ਕਰਕੇ ਦੇਖਦਾ, ਇੱਥੇ 10 ਬਣੇਗਾ। 10 ਨੂੰ ਜਦੋਂ 7 ਤੇ ਜਾਏਗਾ ਤਾਂ 7 ਤੇ ਕਮ 7 ਹੋਏਗਾ ਸਾਡੇ ਕੋਲ, ਇੱਥੇ 7 ਆ ਜਾਏਗਾ। ਇੱਥੇ 7 ਮਾਈਨਸ ਕਰਾਂਗੇ ਤਾਂ ਬਾਕੀ ਸਾਡੇ ਕੋਲ ਜਿਹੜਾ ਉਹ 3 ਬਚ ਜਾਏਗਾ। ਠੀਕ ਹੈ, तो 3 ਦੇ ਨਾਲ ਫਿਰ 0 ਲਗਾਵਾਂਗੇ ਤਾਂ ਇਹ ਫਿਰ 30 ਬਣ ਜਾਏਗਾ। ਹੁਣ ਇਸੇ ਤਰ੍ਹਾਂ ਸਾਡੇ ਕੋਲ ਇਹ 10 ਤੋਂ ਬਾਅਦ ਇੱਥੇ 30 ਬਣਿਆ ਸੀ। ਠੀਕ ਹੈ, तो 10 ਤੋਂ ਬਾਅਦ ਇਹ 30 ਬਣਿਆ ਸੀ, ਇਸ ਤੋਂ ਬਾਅਦ ਫਿਰ ਅੱਗੇ 20 ਬਣੇਗਾ, ਫਿਰ 60 ਬਣੇਗਾ। ਉਹੀ ਸਾਰਾ ਪ੍ਰੋਸੀਜਰ ਜਿਹੜਾ ਸਾਡੇ ਕੋਲ ਫਿਰ ਦੁਬਾਰਾ ਇੱਥੋਂ ਸਟਾਰਟ ਹੋ ਜਾਂਦਾ ਹੈ। ਠੀਕ, तो ਭਾਵ ਕਿ ਅਗਰ ਇੱਥੇ ਥੋੜਾ ਜਿਹਾ ਦੇਖੀਏ ਤਾਂ ਇਹ ਮੇਰੇ ਕੋਲ ਜਿਹੜੀ ਸੰਖਿਆ 1 4 2 8 5 7 1 ਹੈ। तो ਜਦੋਂ ਅਸੀਂ ਅੱਗੇ ਇਹਨੂੰ ਕਰਨਾ ਸ਼ੁਰੂ ਕਰਾਂਗੇ ਤਾਂ ਦੁਬਾਰਾ ਫਿਰ ਇਹੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰਿਪੀਟ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇੱਥੇ ਅਗਲੀ ਵਾਰ ਸਾਡੇ ਕੋਲ 4 ਆਏਗਾ, ਫਿਰ 2 ਆਏਗਾ, ਫਿਰ 8 ਆ ਜਾਏਗਾ, ਫਿਰ 5 ਆ ਜਾਏਗਾ, ਫਿਰ 7 ਆ ਜਾਏਗਾ, ਫਿਰ 1 ਆ ਜਾਏਗਾ। ਠੀਕ, ਇਸ ਤਰ੍ਹਾਂ ਅਸੀਂ ਇਹ ਤਿੰਨੋਂ ਡਿਵੀਜ਼ਨਸ ਜਿਹੜੀਆਂ ਦੇਖੀਆਂ, 10 ਨੂੰ 3 ਦੇ ਨਾਲ ਭਾਗ ਕੀਤਾ ਹੈ, 7 ਨੂੰ 8 ਦੇ ਨਾਲ ਭਾਗ ਕੀਤਾ ਹੈ, ਜਾਂ 1 ਨੂੰ 7 ਦੇ ਨਾਲ ਭਾਗ ਕੀਤਾ ਹੈ। ਠੀਕ ਹੈ, ਹੁਣ ਅਸੀਂ ਅੱਗੇ ਇਹਨਾਂ ਦੇ ਵਿੱਚੋਂ ਅਸੀਂ ਕੀ ਸਿੱਖਦੇ ਹਾਂ, ਕੀ ਅਸੀਂ ਆਬਜ਼ਰਵ ਕਰਦੇ ਹਾਂ, ਉਹ ਸਾਰੀਆਂ ਚੀਜ਼ਾਂ ਅਸੀਂ ਆਪਣੀ ਆਬਜ਼ਰਵੇਸ਼ਨਸ ਜਿਹੜੀ ਆ ਹੁਣ ਨੋਟ ਕਰਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਇਹ ਵਾਲੀ ਚੀਜ਼ ਦੇਖਦੇ ਹਾਂ। ਇਹਦੇ ਵਿੱਚ ਅਸੀਂ ਜਿਹੜਾ 70 ਨੂੰ 8 ਨਾਲ ਭਾਗ ਕੀਤਾ ਸੀ, 7 ਨੂੰ 8 ਨਾਲ ਭਾਗ ਕੀਤਾ ਸੀਗਾ, ਤਾਂ ਸਾਡੇ ਕੋਲ ਜਿਹੜਾ ਡਿਵਾਈਡ ਕਰਦੇ ਇੱਕ ਸਟੈਪ ਤੇ ਸਾਡੇ ਕੋਲ ਜਿਹੜਾ ਬਾਕੀ ਹੈ ਉਹ ਕੀ ਬਣ ਗਿਆ, 0 ਬਣ ਗਿਆ। ਠੀਕ ਹੈ, ਤਾਂ ਇਸ ਤਰ੍ਹਾਂ ਦੀ ਕੋਈ ਵੀ ਪਰਮੇਯ ਸੰਖਿਆ ਜਿਹਨੂੰ ਜਦੋਂ ਅਸੀਂ ਡਿਵਾਈਡ ਕਰਦੇ ਹਾਂ, ਦਸ਼ਮਲਵ ਪ੍ਰਸਾਰ ਉਹਦਾ ਦਸ਼ਮਲਵ ਵਿਸਤਾਰ ਕਰਦੇ ਹਾਂ, ਤਾਂ ਉਹਦੇ ਵਿੱਚ ਡਿਵਾਈਡ ਕਰਦੇ ਸਾਡੇ ਕੋਲ ਅਗਰ ਬਾਕੀ ਕਿਸੇ ਵੀ ਸਟੈਪ ਦੇ ਉੱਤੇ 0 ਬਣ ਜਾਂਦਾ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਦੀ ਜਿਹੜੀ ਸੰਖਿਆ ਹੈ ਪਰਮੇਯ ਸੰਖਿਆ, ਇਹਦਾ ਜਿਹੜਾ ਦਸ਼ਮਲਵ ਪ੍ਰਸਾਰ ਹੈ ਉਹ ਇੱਥੋਂ ਅੱਗੇ ਨਹੀਂ ਵਧੇਗਾ। 0.875 ਤੇ ਜਾ ਕੇ ਹੁਣ ਇਹ ਰੁਕ ਜਾਏਗਾ, ਕਿਉਂਕਿ ਬਾਕੀ ਸਾਡੇ ਕੋਲ 0 ਆ ਗਿਆ, ਅੱਗੇ ਸਾਨੂੰ ਡਿਵਾਈਡ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤਾਂ ਇਸ ਤਰ੍ਹਾਂ ਦਾ ਜਿਹੜਾ ਦਸ਼ਮਲਵ ਪ੍ਰਸਾਰ ਹੈ, ਇਹਨੂੰ ਅਸੀਂ ਦਸ਼ਮਲਵ ਵਿਸਤਾਰ ਹੈ, ਇਹਨੂੰ ਅਸੀਂ ਸ਼ਾਂਤ ਦਸ਼ਮਲਵ ਵਿਸਤਾਰ ਬੋਲਦੇ ਹਾਂ। ਸ਼ਾਂਤ ਦਸ਼ਮਲਵ ਵਿਸਤਾਰ। ਠੀਕ ਹੈ, ਹੁਣ ਇਸ ਤੋਂ ਇਲਾਵਾ ਆਪਾਂ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਜਿਹੜੀਆਂ ਉਹ ਲੈ ਸਕਦੇ ਹਾਂ। ਜਿੱਦਾਂ ਕਿ ਅਗਰ ਮੈਂ ਡਿਵਾਈਡ ਕਰਾਂ 2 ਨੂੰ 5 ਨਾਲ ਡਿਵਾਈਡ ਕਰਾਂ, ਠੀਕ ਹੈ, ਤਾਂ 2 ਨੂੰ ਆਪਾਂ ਵਿੱਚ ਰੱਖ ਲੈਂਦੇ ਹਾਂ, 5 ਦੇ ਨਾਲ ਭਾਗ ਕਰਦੇ ਹਾਂ। ਸਭ ਤੋਂ ਪਹਿਲਾਂ ਇਹ ਨਹੀਂ ਜਾਏਗਾ, ਤਾਂ 0 ਪੁਆਇੰਟ ਇੱਥੇ ਸਾਨੂੰ 0 ਲਗਾਉਣੀ ਪਏਗੀ, ਇੱਧਰ ਦਸ਼ਮਲਵ ਆ ਜਾਏਗਾ ਭਾਗਫਲ ਦੇ ਵਿੱਚ। ਤਾਂ 5 ਚੌਕਾ 20 ਸਾਡੇ ਕੋਲ ਹੋ ਜਾਂਦੇ ਨੇ, ਤਾਂ ਬਾਕੀ ਜਿਹੜਾ ਮੇਰੇ ਕੋਲ 0 ਬਚ ਜਾਂਦਾ। ਕਹਿੰਦਾ ਭਾਵ ਹੈ 2/5 ਦਾ ਜਿਹੜਾ ਉੱਤਰ ਹੈ ਉਹ 0.4 ਹੈ, ਇਹ ਰੁਕ ਗਿਆ। ਇਸ ਤੋਂ ਅੱਗੇ ਸਾਨੂੰ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿਹੜਾ ਬਾਕੀ ਹੈ ਉਹ ਸਾਡੇ ਕੋਲ ਕੀ ਆ ਗਿਆ, 0 ਆ ਗਿਆ। ਠੀਕ ਹੈ, ਤਾਂ ਇਹਦੇ ਵਿੱਚ ਵੀ ਇਹ ਜਿਹੜਾ ਦਸ਼ਮਲਵ ਪ੍ਰਸਾਰ ਹੈ ਉਹ ਕੀ ਹੈ, ਸਾਡੇ ਕੋਲ ਸ਼ਾਂਤ ਦਸ਼ਮਲਵ ਵਿਸਤਾਰ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਬਹੁਤ ਸਾਰੇ ਕੁਐਸਚਨਸ ਦੇ ਵਿੱਚ ਤੁਸੀਂ ਦੇਖੋਗੇ ਇਵੇਂ ਹੋ ਜਾਂਦਾ ਹੈ ਕਿ ਜਦੋਂ ਅਸੀਂ ਪਰਮੇਯ ਸੰਖਿਆ ਦੀ ਡੈਸੀਮਲ ਐਕਸਪੈਂਸ਼ਨ ਜਿਹੜੀ ਕਰਾਂਗੇ, ਉਹਨੂੰ ਡਿਵਾਈਡ ਕਰਕੇ ਉਹਦਾ ਭਾਗਫਲ ਪਤਾ ਕਰਾਂਗੇ, ਦਸ਼ਮਲਵ ਵਿਸਤਾਰ ਕਰਾਂਗੇ, ਤਾਂ ਉਹ ਸਾਡੇ ਕੋਲ ਬਾਕੀ ਕਿਤੇ ਨਾ ਕਿਤੇ 0 ਬਣ ਜਾਂਦਾ ਹੈ। ਤਾਂ ਬਾਕੀ 0 ਰਿਮਾਈਂਡਰ ਜਿਹੜਾ ਉਹ 0 ਬਣਨ ਦੇ ਨਾਲ ਸਾਡੇ ਕੋਲ ਜਿਹੜਾ ਦਸ਼ਮਲਵ ਵਿਸਤਾਰ ਹੈ ਉਹ ਸ਼ਾਂਤ ਹੋ ਜਾਂਦਾ, ਉਹ ਰੁਕ ਜਾਂਦਾ। ਸ਼ਾਂਤ ਦਾ ਭਾਵ ਹੈ ਕਿ ਰੁਕ ਜਾਂਦਾ। ਠੀਕ ਹੈ, ਬੋਲਦੇ ਹਾਂ ਟਰਮੀਨੇਟ, ਮੈਨੇ ਹੁੰਦਾ ਵੀ ਖਤਮ ਹੋ ਜਾਣਾ, ਬੰਦ ਹੋ ਜਾਣਾ। ਤਾਂ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਵੀ ਅਸੀਂ ਇਹਨੂੰ ਬੋਲਦੇ ਹਾਂ ਸ਼ਾਂਤ ਦਸ਼ਮਲਵ ਵਿਸਤਾਰ, ਪੰਜਾਬੀ ਦੇ ਵਿੱਚ ਅਸੀਂ ਗੱਲ ਕਰਦੇ ਇਹਦੇ ਵਿੱਚ। ਠੀਕ ਹੈ, ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜਿਹੜੇ ਦੂਜੇ 2 ਸਾਡੇ ਕੋਲ ਸਵਾਲ ਸੀ ਉਹਨਾਂ ਦੇ ਬਾਰੇ। ਹੁਣ ਇਹ ਕੁਐਸਚਨ ਅਗਰ ਅਸੀਂ ਦੇਖੀਏ ਤਾਂ 10 ਨੂੰ ਅਸੀਂ 3 ਦੇ ਨਾਲ ਭਾਗ ਕਰਨਾ ਸੀ ਇਹਦੇ ਵਿੱਚ, ਹੈ ਨਾ। 10 ਨੂੰ ਜਦੋਂ ਅਸੀਂ 3 ਨਾਲ ਡਿਵਾਈਡ ਕੀਤਾ ਤਾਂ ਫਸਟ ਸਟੈਪ ਦੇ ਵਿੱਚ ਅਸੀਂ ਦੇਖਿਆ ਕਿ ਸਾਡੇ ਕੋਲ 9 ਆਇਆ, ਫਿਰ ਬਾਕੀ ਸਾਡੇ ਕੋਲ 1 ਬਚਦਾ ਅਗਲੇ ਸਟੈਪ 'ਚ, ਫਿਰ ਬਾਕੀ 1 ਆ ਜਾਂਦਾ, ਅਸੀਂ 0 ਲਾ ਕੇ ਫਿਰ ਅੱਗੇ ਕਰਦੇ ਹਾਂ, ਫਿਰ ਬਾਕੀ 1। ਤਾਂ ਅਸੀਂ ਦੇਖਦੇ ਹਾਂ ਕਿ ਰੈਪੀਟੀਸ਼ਨ ਸਾਡੇ ਕੋਲ ਹੋ ਰਹੀ ਹੈ, ਚੀਜ਼ਾਂ ਜਿਹੜੀਆਂ ਉਹ ਰਿਪੀਟ ਹੋ ਰਹੀਆਂ ਨੇ ਬਾਰ-ਬਾਰ। ਔਰ ਤੁਹਾਨੂੰ ਲੱਗਦਾ ਹੈ ਕਿ ਕਿਤੇ ਇਹਨੂੰ ਕਰਦੇ ਜਾਈਏ ਤਾਂ ਸਾਡੇ ਕੋਲ ਕਿਤੇ ਨਾ ਕਿਤੇ ਜਿਹੜਾ ਰਿਮਾਈਂਡਰ ਹੈ ਬਾਕੀ ਉਹ 0 ਬਣ ਜਾਏਗਾ।
ਬਿਲਕੁਲ ਵੀ ਨਹੀਂ, ਕਦੇ ਵੀ ਨਹੀਂ ਬਣਨਾ ਜ਼ੀਰੋ। ਇਹਦੇ ਵਿੱਚ ਹਰ ਵਾਰ ਜਿਹੜਾ ਰਿਮਾਈਂਡਰ ਹੈ, ਹਰ ਵਾਰ ਜਿਹੜਾ ਬਾਕੀ ਹੈ ਉਹ ਇੱਕ 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 ਆਉਂਦਾ ਹੀ ਜਾਏਗਾ, ਭਾਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨੂੰ ਆਪਾਂ ਕਰਦੇ ਰਹੀਏ, ਠੀਕ ਹੈ। ਤਾਂ ਇਹੋ ਜਿਹਾ ਜਿਹੜਾ ਦਸ਼ਮਲਵ ਵਿਸਤਾਰ ਹੈ, ਇੱਥੇ ਅਸੀਂ ਡਾਟ ਲਗਾ ਦਿੰਦੇ ਹਾਂ ਅੱਗੇ। ਡਾਟ ਦਾ ਭਾਵ ਹੈ ਕਿ ਇਹ ਅਜੇ ਅੱਗੇ ਚੱਲਦਾ ਹੈ। ਇਹੋ ਜਿਹਾ ਜਿਹੜਾ ਦਸ਼ਮਲਵ ਵਿਸਤਾਰ ਹੈ, ਅਸੀਂ ਇਹਨੂੰ ਬੋਲਦੇ ਹਾਂ ਅਸ਼ਾਂਤ ਦਸ਼ਮਲਵ ਵਿਸਤਾਰ। ਅਸ਼ਾਂਤ ਦਸ਼ਮਲਵ ਵਿਸਤਾਰ, ਠੀਕ ਹੈ। ਪਰ ਇਹਦੇ 'ਚ ਅਸੀਂ ਇੱਕ ਚੀਜ਼ ਹੋਰ ਨੋਟ ਕਰਦੇ ਹਾਂ, ਉਹ ਕਿ ਇਹ ਅਸ਼ਾਂਤਤਾ ਹੈ, ਪਰ ਇਹਦੇ 'ਚ ਜਿਹੜੀਆਂ ਚੀਜ਼ਾਂ ਨੇ, ਜਿਹੜੇ ਨੰਬਰ ਹੈ, ਉਹ ਸਾਡੇ ਕੋਲ ਰਿਪੀਟ ਹੋਣੇ ਸ਼ੁਰੂ ਹੋ ਗਏ। ਜਿੱਦਾਂ ਇਹਦੇ 'ਚ ਹੁਣ 3 ਹੈ, 3 ਜਿਹੜਾ ਸਾਡੇ ਕੋਲ ਫਿਰ 3 ਫਿਰ 3 ਫਿਰ 3 ਬਾਰ-ਬਾਰ ਜਿਹੜਾ 3 ਹੀ ਆਇਆ ਜਾ ਰਿਹਾ। ਜੇ ਅਸੀਂ ਇਹਨੂੰ ਪੂਰਾ ਐਕਸਪੈਂਡ ਵੀ ਕਰੀਏ, ਸਾਡੇ ਕੋਲ ਅੱਗੇ ਕਰਦੇ ਜਾਈਏ ਭਾਗਫਲ, ਤਾਂ 3 ਜਿਹੜਾ ਉਹ ਸਾਡੇ ਕੋਲ ਆ ਹੀ ਜਾਏਗਾ, ਉਹ ਕੰਟੀਨਿਊਸਲੀ ਉਹ ਰੁਕੇਗਾ ਨਹੀਂ, ਠੀਕ ਹੈ। ਤਾਂ ਇਹਨੂੰ ਅਸੀਂ ਇੱਕ ਤੇ ਕਹਿ ਸਕਦੇ ਹਾਂ ਕਿ ਸਾਡੇ ਕੋਲ ਅਸ਼ਾਂਤ ਦਸ਼ਮਲਵ ਵਿਸਤਾਰ ਹੈ, ਇਹ ਸ਼ਾਂਤ ਨਹੀਂ ਹੋ ਰਿਹਾ, ਜਿਵੇਂ ਇਸ ਕੇਸ ਦੇ ਵਿੱਚ ਹੋ ਗਿਆ ਸੀ, ਠੀਕ ਹੈ। ਦੂਸਰਾ ਅਸੀਂ ਇਹਨੂੰ ਬੋਲਦੇ ਹਾਂ ਆਵਰਤੀ। ਅਸ਼ਾਂਤ ਦਸ਼ਮਲਵ ਵਿਸਤਾਰ, ਆਵਰਤੀ ਦਸ਼ਮਲਵ ਵਿਸਤਾਰ, ਠੀਕ ਹੈ। ਇਹ ਅਸ਼ਾਂਤ ਤਾਂ ਹੈ, ਪਰ ਆਵਰਤੀ ਦਾ ਮਤਲਬ ਹੈ ਕਿ ਰਿਪੀਟ ਹੋ ਰਿਹਾ ਹੈ, ਇਹ ਸਾਡੇ ਕੋਲ ਰਿਪੀਟ ਹੋ ਰਿਹਾ। ਇਹਨੂੰ ਅਸੀਂ ਨॉन ਟਰਮੀਨੇਟਿੰਗ, ਸ਼ਾਂਤ ਨੂੰ ਅਸੀਂ ਟਰਮੀਨੇਟਿੰਗ ਕਿਹਾ ਸੀ, ਅਸ਼ਾਂਤ ਨੂੰ ਅਸੀਂ ਨॉन ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਬੋਲਦੇ ਹਾਂ। ਆਵਰਤੀ ਹੈ ਤਾਂ ਇਹਨੂੰ ਅਸੀਂ ਰਿਪੀਟਿੰਗ ਡੈਸੀਮਲ ਐਕਸਪੈਂਸ਼ਨ ਬੋਲਦੇ ਹਾਂ, ਠੀਕ ਹੈ। ਤਾਂ ਇਹਨੂੰ ਇਕੱਠਾ ਜਦੋਂ ਅਸੀਂ ਬੋਲਦੇ ਹਾਂ ਤਾਂ ਅਸੀਂ ਬੋਲਦੇ ਹਾਂ ਕਿ ਅਸ਼ਾਂਤ ਆਵਰਤੀ ਦਸ਼ਮਲਵ ਪ੍ਰਸਾਰ ਹੈ, ਠੀਕ ਹੈ। ਅਸ਼ਾਂਤ ਆਵਰਤੀ ਦਸ਼ਮਲਵ ਵਿਸਤਾਰ, ਦਸ਼ਮਲਵ ਪ੍ਰਸਾਰ ਸਾਡੇ ਕੋਲ ਕਿਸੇ ਸੰਖਿਆ ਦਾ, ਪ੍ਰਮੇय ਸੰਖਿਆ ਦਾ ਹੈ, ਠੀਕ ਹੈ। ਤਾਂ ਇਹਦੇ ਵਿੱਚ ਜਦੋਂ ਕੋਈ ਨੰਬਰ ਜਿਹੜਾ ਇੱਕ ਬਾਰ-ਬਾਰ ਰਿਪੀਟ ਹੋ ਰਿਹਾ, ਤਾਂ ਇਹਨੂੰ ਬਾਰ-ਬਾਰ ਲਿਖਣ ਦੀ ਬਜਾਏ ਅਸੀਂ ਇੱਕ ਹੋਰ ਚੀਜ਼ ਕਰਦੇ ਹਾਂ, ਅਸੀਂ ਇੱਥੇ 3.3 ਬਾਰ ਲਿਖ ਦਿੰਦੇ ਹਾਂ। ਇਹ ਜਿਹੜੀ ਉੱਪਰ ਅਸੀਂ ਲਾਈਨ ਪਾਈ ਹੈ, ਇਹਦੇ 3 ਦੇ ਉੱਪਰ ਬਾਰ ਜਿਹੜੀ ਲਗਾਈ ਹੈ, ਇਹਨੂੰ ਬਾਰ ਬੋਲਦੇ ਹਾਂ। ਔਰ ਇਹਦਾ ਮਤਲਬ ਸਾਡੇ ਕੋਲ ਇਹ ਹੁੰਦਾ ਕਿ ਜਿਹੜਾ 3 ਹੈ ਨੰਬਰ, ਇਹ ਬਾਰ-ਬਾਰ ਰਿਪੀਟ ਹੋ ਰਿਹਾ ਔਰ ਲਗਾਤਾਰ ਚੱਲਦਾ ਹੀ ਜਾ ਰਿਹਾ ਕੰਟੀਨਿਊਸਲੀ, ਇਹ ਕਿਤੇ ਵੀ ਰੁਕ ਨਹੀਂ ਰਿਹਾ, ਠੀਕ ਹੈ। ਤੋ ਇਹਦੇ 'ਚ ਅਸੀਂ ਦੇਖਿਆ ਕਿ ਦਸ਼ਮਲਵ ਵਿਸਤਾਰ ਜਿਹੜਾ ਸਾਡੇ ਕੋਲ ਸ਼ਾਂਤ ਹੋ ਗਿਆ ਸੀ, ਇਹਨੂੰ ਅਸੀਂ ਸ਼ਾਂਤ ਦਸ਼ਮਲਵ ਵਿਸਤਾਰ ਬੋਲਿਆ ਸੀ, ਠੀਕ ਹੈ। ਔਰ ਇਸ ਪ੍ਰਮੇय ਸੰਖਿਆ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਦਸ਼ਮਲਵ ਵਿਸਤਾਰ ਹੈ ਉਹ ਸ਼ਾਂਤ ਨਹੀਂ ਹੋ ਰਿਹਾ ਸੀ, ਪਰ ਰਿਪੀਟ ਹੋ ਰਿਹਾ ਸੀ, ਬਾਰ-ਬਾਰ ਜਿਹੜਾ 3 ਆ ਰਿਹਾ ਸੀ ਸਾਡੇ ਕੋਲ, ਤੇ ਇਹਨੂੰ ਅਸੀਂ ਅਸ਼ਾਂਤ ਆਵਰਤੀ ਦਸ਼ਮਲਵ ਵਿਸਤਾਰ ਜਿਹੜਾ ਉਹ ਕਹਿੰਦੇ ਹਾਂ, ਠੀਕ ਹੈ। ਤੋ ਇਸੇ ਢੰਗ ਦੇ ਨਾਲ ਅਗਲੇ ਕੁਐਸਚਨ ਦੇ ਵਿੱਚ ਆਪਾਂ ਜਦੋਂ 1 ਨੂੰ 7 ਨਾਲ ਭਾਗ ਕੀਤਾ, ਉਹਦੇ ਵਿੱਚ ਵੀ ਅਸੀਂ ਕੀ ਦੇਖਿਆ ਕਿ ਕੁਛ ਦੇਰ ਤਾਂ ਸਾਡੇ ਕੋਲ ਨੰਬਰ ਜਿਹੜੇ ਉਹ ਸਾਰੇ ਡਿਫਰੈਂਟ ਆਉਂਦੇ ਪਏ। ਅੱਛਾ, ਇੱਕ ਚੀਜ਼ ਹੋਰ, ਇਹਦੇ 'ਚ ਬਾਕੀ ਤਾਂ ਕਿਤੇ ਵੀ 0 ਨਹੀਂ ਬਣਿਆ, ਨਾ ਤੇ ਬਣਿਆ ਤੇ ਨਾ ਹੀ ਅੱਗੇ ਬਣਨਾ, ਕਿਉਂਕਿ ਪਹਿਲੀ ਵਾਰ ਬਾਕੀ ਸਾਡੇ ਕੋਲ ਜਿਹੜਾ 1 ਤੋਂ ਸ਼ੁਰੂ ਕੀਤਾ ਸੀ, ਪਹਿਲੀ ਵਾਰ ਬਾਕੀ 3 ਆਇਆ, ਫਿਰ ਸਾਡੇ ਕੋਲ 2 ਆਇਆ, ਫਿਰ 6 ਆਇਆ, ਫਿਰ 4 ਆਇਆ, ਤੇ ਫਿਰ 5 ਆਇਆ, ਫਿਰ ਦੁਬਾਰਾ 1 ਆਇਆ। 1 ਤੋਂ ਬਾਅਦ ਫਿਰ 3 ਆਏਗਾ, ਫਿਰ 2 ਆਏਗਾ, ਫਿਰ 6 ਆਏਗਾ, ਫਿਰ 4 ਆਏਗਾ, ਫਿਰ 5 ਆਏਗਾ, ਫਿਰ 1 ਆਏਗਾ, ਫਿਰ 3 ਆਏਗਾ, ਫਿਰ ਉਹੀ ਚੀਜ਼ ਰਿਪੀਟ ਹੁੰਦੀ ਰਹੇਗੀ। ਇਹਦੇ 'ਚ ਬਾਕੀ ਕਦੇ ਵੀ 0 ਨਹੀਂ ਬਣੇਗਾ। ਅੱਛਾ, ਬਾਕੀ ਅਗਰ 0 ਨਹੀਂ ਬਣੇਗਾ, ਇਹਦਾ ਮਤਲਬ ਜਿਹੜਾ ਇਹ ਭਾਗਫਲ ਹੈ ਕੰਟੀਨਿਊਸਲੀ ਚੱਲਦਾ ਜਾਏਗਾ। ਅਗਰ ਕੰਟੀਨਿਊਸਲੀ ਚੱਲਦਾ ਜਾਏਗਾ ਤਾਂ ਇਹ ਸਾਡੇ ਕੋਲ ਅਸ਼ਾਂਤ ਜਿਹੜਾ ਦਸ਼ਮਲਵ ਵਿਸਤਾਰ ਹੋ ਜਾਏਗਾ ਇਸ ਪ੍ਰਮੇय ਸੰਖਿਆ ਦਾ। ਅੱਛਾ, ਇਹਦੇ 'ਚ ਰੈਪੀਟੀਸ਼ਨ ਹੋ ਰਹੀ ਹੈ, ਪਰ ਇਹਦੇ 'ਚ ਇੱਕ ਨੰਬਰ ਨਹੀਂ, ਜਿਵੇਂ ਇਹਦੇ 'ਚ ਤਾਂ ਸਿਰਫ 3 ਸੀ ਸਾਡੇ ਕੋਲ ਜਿਹੜਾ ਰਿਪੀਟ ਹੋ ਰਿਹਾ ਸੀ, ਹੈ ਨਾ, ਪਰ ਇਹਦੇ 'ਚ ਸਾਡੇ ਕੋਲ ਇੱਕ ਸਿੰਗਲ ਨੰਬਰ ਨਹੀਂ ਰਿਪੀਟ ਹੋ ਰਿਹਾ, ਸਾਡੇ ਕੋਲ ਇੱਕ ਅੰਕਾਂ ਦਾ ਸੈੱਟ ਹੈ ਪੂਰਾ ਇੱਥੇ ਤੱਕ ਜਿਹੜਾ ਰਿਪੀਟ ਹੋ ਰਿਹਾ, 1 4 2 8 5 7। ਇਹੀ ਚੀਜ਼ ਫਿਰ ਦੁਬਾਰਾ ਰਿਪੀਟ ਹੋਏਗੀ, 1 4 2 8 5 7। ਜਦੋਂ ਅਸੀਂ ਕਰਦੇ ਜਾਵਾਂਗੇ ਤਾਂ ਇਹੀ ਸਾਡੇ ਕੋਲ 6 ਅੰਕਾਂ ਦਾ ਜਿਹੜਾ ਸੈੱਟ ਹੈ, ਇਹ ਬਾਰ-ਬਾਰ ਦੁਹਰਾਈ ਜਾਵੇਗਾ। ਇਹਦੀ ਜਿਹੜੀ ਦੁਹਰਾਈ ਆ ਵਿੱਚ ਹੁੰਦੀ ਜਾਏਗੀ, ਇਹੀ ਬਾਰ-ਬਾਰ ਰਿਪੀਟ ਹੁੰਦਾ ਜਾਏਗਾ ਸਾਡੇ ਕੋਲ, ਠੀਕ ਹੈ। ਤਾਂ ਜਦੋਂ ਅਸੀਂ ਇਸ ਦਸ਼ਮਲਵ ਪ੍ਰਸਾਰ ਨੂੰ ਲਿਖਣਾ ਹੈ ਤਾਂ ਇਹਨੂੰ ਅਸੀਂ ਕਿਵੇਂ ਲਿਖਾਂਗੇ? 1/7 ਨੂੰ ਅਸੀਂ ਲਿਖਾਂਗੇ 0.142857। ਉੱਪਰ ਅਸੀਂ ਪੂਰੇ ਸੈੱਟ ਦੇ ਉੱਤੇ ਇੱਥੇ ਬਾਰ ਪਾਵਾਂਗੇ। ਇਹ 6 ਦੇ 6 ਅੰਕ ਜਿਹੜੇ ਨੇ ਉਹ ਇਸ ਲਾਈਨ ਦੇ ਹੇਠ ਆਉਣਗੇ। ਇਹਦਾ ਕੀ ਮਤਲਬ ਹੈ ਕਿ ਇਸ ਦਾ ਦਸ਼ਮਲਵ ਪ੍ਰਸਾਰ ਜਦੋਂ ਅਸੀਂ ਕੀਤਾ, 1 ਨੂੰ 7 ਨਾਲ ਭਾਗ ਕਰਕੇ ਇਹਦਾ ਭਾਗਫਲ ਜਾਣਨ ਦੀ ਕੋਸ਼ਿਸ਼ ਕੀਤੀ, ਤਾਂ ਉਹਦੇ ਵਿੱਚ ਜਿਹੜੇ ਨੰਬਰਸ ਨੇ ਸਾਡੇ ਕੋਲ, ਜੋ ਭਾਗਫਲ ਹੈ ਉਹਦੇ 'ਚ ਸਾਡੇ ਕੋਲ ਪੂਰੇ ਦਾ ਪੂਰਾ ਸੈੱਟ ਬਾਰ-ਬਾਰ ਰਿਪੀਟ ਹੋ ਰਿਹਾ ਸੀ। ਬਾਕੀ ਸਾਡੇ ਕੋਲ ਕਿਤੇ ਵੀ 0 ਨਹੀਂ ਆਇਆ, ਠੀਕ ਹੈ। ਜਿਹੜਾ ਰਿਮਾਈਂਡਰ ਹੈ ਉਹ ਸਾਡੇ ਕੋਲ 0 ਨਹੀਂ ਬਣਿਆ ਕਦੇ ਵੀ, ਬਟ ਇਹ ਜਿਹੜਾ ਸੈੱਟ ਹੈ ਉਹ ਬਾਰ-ਬਾਰ ਰਿਪੀਟ ਹੋ ਰਿਹਾ ਸੀ। ਤਾਂ ਇਹ ਵੀ ਦਸ਼ਮਲਵ ਪ੍ਰਸਾਰ ਜਿਹੜਾ ਸਾਡੇ ਕੋਲ, ਇਹ ਵੀ ਅਸ਼ਾਂਤ ਆਵਰਤੀ ਦਸ਼ਮਲਵ ਪ੍ਰਸਾਰ ਹੈ, ਅਸ਼ਾਂਤ ਆਵਰਤੀ ਦਸ਼ਮਲਵ ਵਿਸਤਾਰ, ਠੀਕ ਹੈ। ਔਰ ਇਹਨੂੰ ਅਸੀਂ ਕੀ ਬੋਲਦੇ ਹਾਂ?
नॉन टर्मिनेटिंग बट रिपीटिंग डेसिमल एक्सपेंशन। अशांत मैंने नॉन टर्मिनेटिंग रुक नहीं रहा है, बंद नहीं हो रहा, नॉन टर्मिनेटिंग बट रिपीट हो रहे नंबर ਜਿਹੜੇ ਵਿੱਚ ਉਹ ਰਿਪੀਟ ਹੋਣੇ ਸ਼ੁਰੂ ਹੋ ਗਏ। ਠੀਕ ਹੈ, तो ਇਹ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਹੋ ਗਿਆ ਸਾਡੇ ਕੋਲ, ਨॉन ਟਰਮੀਨੇਟਿੰਗ ਬਟ ਰਿਪੀਟਿੰਗ ਡੈਸੀਮਲ ਐਕਸਪੈਂਸ਼ਨ ਭਾਵ ਸ਼ਾਂਤ ਦਸ਼ਮਲਵ ਪ੍ਰਸਾਰ ਅਤੇ ਅਸ਼ਾਂਤ ਆਵਰਤੀ ਦਸ਼ਮਲਵ ਵਿਸਤਾਰ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਾਸਤਵਿਕ ਸੰਖਿਆਵਾਂ ਦੇ ਵਿੱਚ ਸਾਡੇ ਕੋਲ ਜਿਹੜੀਆਂ ਪ੍ਰਮੇਯ ਸੰਖਿਆਵਾਂ ਹੁੰਦੀਆਂ ਨੇ, ਤਾਂ ਪ੍ਰਮੇਯ ਸੰਖਿਆਵਾਂ ਦਾ ਜਿਹੜਾ ਦਸ਼ਮਲਵ ਪ੍ਰਸਾਰ ਹੈ ਉਹ ਸਾਡੇ ਕੋਲ ਦੋ ਤਰ੍ਹਾਂ ਦਾ ਹੁੰਦਾ ਹੈ। ਠੀਕ ਹੈ, ਜਾਂ ਤਾਂ ਇਹ ਸਾਡੇ ਕੋਲ ਜਿਹੜਾ ਸ਼ਾਂਤ ਦਸ਼ਮਲਵ ਪ੍ਰਸਾਰ ਹੋਏਗਾ, ਸ਼ਾਂਤ ਦਸ਼ਮਲਵ ਵਿਸਤਾਰ ਹੋਏਗਾ, ਜਿਹਨੂੰ ਅਸੀਂ ਟਰਮੀਨੇਟਿੰਗ ਡੈਸੀਮਲ ਐਕਸਪੈਂਸ਼ਨ ਬੋਲਦੇ ਹਾਂ, ਜਾਂ ਫਿਰ ਸਾਡੇ ਕੋਲ ਪ੍ਰਮੇਯ ਸੰਖਿਆ ਦਾ ਜਿਹੜਾ ਦਸ਼ਮਲਵ ਵਿਸਤਾਰ ਹੈ ਉਹ ਕੀ ਹੋਏਗਾ, ਅਸ਼ਾਂਤ ਆਵਰਤੀ ਦਸ਼ਮਲਵ ਵਿਸਤਾਰ ਹੋਏਗਾ, ਜਿਹਨੂੰ ਅਸੀਂ ਨॉन ਟਰਮੀਨੇਟਿੰਗ ਬਟ ਰਿਪੀਟਿੰਗ ਡੈਸੀਮਲ ਐਕਸਪੈਂਸ਼ਨ ਬੋਲਦੇ ਹਾਂ। ਠੀਕ ਹੈ, ਤਾਂ ਦੋ ਤਰ੍ਹਾਂ ਦੇ ਵਿਸਤਾਰ ਜਿਹੜੇ ਸਾਡੇ ਕੋਲ ਹੋ ਸਕਦੇ ਆ। ਅੱਛਾ, ਅਗਰ ਪ੍ਰਮੇਯ ਸੰਖਿਆਵਾਂ ਦੇ ਇਹ ਦੋ ਵਿਸਤਾਰ ਹੋ ਸਕਦੇ ਨੇ, ਸ਼ਾਂਤ ਤੇ ਅਸ਼ਾਂਤ ਆਵਰਤੀ, ਤਾਂ ਅਪਰਮੇਯ ਸੰਖਿਆਵਾਂ ਦੇ ਜਿਹੜੇ ਦਸ਼ਮਲਵ ਵਿਸਤਾਰ ਹੈ ਉਹ ਕਿਵੇਂ ਦੇ ਹੁੰਦੇ ਨੇ? ਅਪਰਮੇਯ ਸੰਖਿਆਵਾਂ ਦੇ ਦਸ਼ਮਲਵ ਵਿਸਤਾਰ ਸਾਡੇ ਕੋਲ ਅਸ਼ਾਂਤ ਹੁੰਦੇ ਨੇ ਪਰ ਨਾਲ ਹੀ ਅਣਆਵਰਤੀ ਹੁੰਦੇ ਨੇ। ਅਣਆਵਰਤੀ ਦਸ਼ਮਲਵ ਵਿਸਤਾਰ। ਠੀਕ ਹੈ, ਭਾਵ ਕਿ ਜਦੋਂ ਅਪਰਮੇਯ ਸੰਖਿਆਵਾਂ ਦਾ ਅਸੀਂ ਡੈਸੀਮਲ ਐਕਸਪੈਂਸ਼ਨ ਦੇਖਦੇ ਹਾਂ ਉਹ ਨਾ ਤੇ ਸ਼ਾਂਤ ਹੁੰਦਾ ਹੈ, ਨਾ ਤੇ ਉਹਦੇ 'ਚ ਕਿਤੇ ਨਾ ਕਿਤੇ ਜਿਹੜੀ ਖੜੋਤ ਆਉਂਦੀ ਹੈ, ਉਹ ਕੰਟੀਨਿਊਸਲੀ ਜਿਹੜਾ ਡੈਸੀਮਲ ਤੋਂ ਬਾਅਦ ਜਿਹੜੇ ਡਿਜਿਟ ਅੰਕ ਹੈ ਉਹ ਚੱਲਦੇ ਰਹਿੰਦੇ ਨੇ, ਤੇ ਨਾ ਹੀ ਉਹਦੇ ਵਿੱਚ ਕੋਈ ਜਿਹੜੀ ਸੰਖਿਆ ਹੈ, ਕੋਈ ਇੱਕ ਸੰਖਿਆ ਜਾਂ ਦੋ ਸੰਖਿਆ ਦਾ ਸੈੱਟ ਜਾਂ ਕਿਸੇ ਵੀ ਸੰਖਿਆ ਦਾ ਸੈੱਟ ਜਿਹੜਾ ਰਿਪੀਟ ਹੁੰਦਾ, ਰਿਪੀਟ ਵੀ ਨਹੀਂ ਹੁੰਦਾ ਤੇ ਖਤਮ ਵੀ ਨਹੀਂ ਹੁੰਦਾ। ਠੀਕ ਹੈ, तो अप्रमेय संख्या अशांत अनावर्ती का भाव की हो गया नॉन टर्मिनेटिंग नॉन रिपीटिंग डेसिमल एक्सपेंशंस, नॉन टर्मिनेटिंग नॉन रिपीटिंग डेसिमल एक्सपेंशंस, नॉन रिपीटिंग डेसिमल एक्सपेंशंस। ठीक है, ये सारे को अनावर्ती अप्रमेय संख्यावां का दशमलव विस्तार होंदा है। तो यदि उदाहरण तुसीं देख सकते हो, जिद्दां इत्थे मैं कोई लिखदा 1.2 4 3 1 0 1 2 5 1 3 4 2 3 7 9 1 4 2, तो इस तरह चली जाता। हुण तुसीं इहदे 'च देख सकते हो कि एक तो ये कंटीन्यूसली चलता पाया साडे कोल ना, दूसरा इहदे 'च किते भी रैपीटिशन या आपां ये नहीं कह सकते कि इहदे 'च 24 नहीं रिपीट हो रहा, या दो संख्या का सैट या 3 का या 4 का या 5 का कोई सैट ये रिपीट नहीं हो रहा, दो आ रहा पर दो तो बाद इतने 4 है, दो तो बाद 5 है, दो तो बाद 3 है। ठीक है, तो अलग अलग ढंग की जिहड़ी संख्या साडे कोल कंटीन्यूसली चलती जाती है। ठीक है जी, तो अप्रमेय संख्यावां दा जिहड़ा दशमलव विस्तार है वो साडे कोल किवें हुंदा है? अशांत अणआवर्ती नॉन टर्मिनेटिंग नॉन रिपीटिंग। असीं ये भी कह सकते हैं कि प्रमेय संख्यावां दा दशमलव प्रसार शांत ਤੇ ਅਸ਼ਾਂਤ ਆਵਰਤੀ ਹੁੰਦਾ ਹੈ, ਤੇ ਇਸ ਤੋਂ ਉਲਟਾ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਗਰ ਕਿਸੇ ਸੰਖਿਆ ਦਾ ਦਸ਼ਮਲਵ ਪ੍ਰਸਾਰ ਸ਼ਾਂਤ ਹੈ ਜਾਂ ਅਸ਼ਾਂਤ ਆਵਰਤੀ ਹੈ ਤਾਂ ਉਹ ਸਾਡੇ ਕੋਲ ਪ੍ਰਮੇਯ ਸੰਖਿਆ ਹੋਏਗੀ। ਇਸੇ ਢੰਗ ਦੇ ਨਾਲ ਅਪਰਮੇਯ ਸੰਖਿਆਵਾਂ ਦਾ ਜਿਹੜਾ ਦਸ਼ਮਲਵ ਵਿਸਤਾਰ ਹੈ ਉਹ ਅਸ਼ਾਂਤ ਅਣਆਵਰਤੀ ਹੁੰਦਾ ਹੈ, ਤਾਂ ਉਲਟਾ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਗਰ ਕਿਸੇ ਸੰਖਿਆ ਦਾ ਜਿਹੜਾ ਦਸ਼ਮਲਵ ਵਿਸਤਾਰ ਹੈ ਉਹ ਅਸ਼ਾਂਤ ਅਣਆਵਰਤੀ ਜਾਂ ਨॉन ਟਰਮੀਨੇਟਿੰਗ ਨॉन ਰਿਪੀਟਿੰਗ ਹੈ ਤਾਂ ਉਹ ਸਾਡੇ ਕੋਲ ਅਪਰਮੇਯ ਸੰਖਿਆ ਹੋਣ ਦੀ ਨਿਸ਼ਾਨੀ ਹੈ। ਠੀਕ ਹੈ, तो हम तुसी स्क्रीन ते देख सकते हो अभ्यास 1.3 ਦੇ ਸਵਾਲ। ਇਹਦਾ ਅਸੀਂ ਫਸਟ ਕੁਐਸਚਨ ਜਿਹੜਾ ਸਟਾਰਟ ਕਰਦੇ ਹਾਂ ਕਿ ਹੇਠਾਂ ਦਿੱਤੀਆਂ ਪਿੰਨਾਂ ਨੂੰ ਦਸ਼ਮਲਵ ਰੂਪ ਵਿੱਚ ਲਿਖੋ ਅਤੇ ਦੱਸੋ ਕਿ ਹਰੇਕ ਦਾ ਦਸ਼ਮਲਵ ਵਿਸਤਾਰ ਕਿਸ ਤਰ੍ਹਾਂ ਦਾ ਹੈ। ਸਾਡੇ ਕੋਲ ਇਹ 6 ਸਵਾਲ ਤੁਸੀਂ ਨੋਟ ਕਰ ਸਕਦੇ ਹੋ ਆਪਣੀ ਕਾਪੀ ਤੇ 36/100 1/11 4 1/8 3/13 2/11 329 400। ਠੀਕ ਹੈ, तो ਇਹਨਾਂ ਦਾ ਜਿਹੜਾ ਅਸੀਂ ਇੱਕ ਤਾਂ ਇਹਨਾਂ ਦਾ ਦਸ਼ਮਲਵ ਰੂਪ ਲਿਖਣਾ ਹੈ ਡਿਵਾਈਡ ਕਰਕੇ ਭਾਗ ਕਰਕੇ, ਤੇ ਦੂਸਰਾ ਅਸੀਂ ਇਹ ਦੱਸਣਾ ਹੈ ਕਿ ਇਹਦਾ ਦਸ਼ਮਲਵ ਵਿਸਤਾਰ ਜਿਹੜਾ ਉਹ ਕਿਸ ਤਰ੍ਹਾਂ ਦਾ ਹੈ। ਕਿਸ ਤਰ੍ਹਾਂ ਦਾ ਹੋ ਸਕਦਾ ਹੈ, ਜਾਂ ਤਾਂ ਸ਼ਾਂਤ ਦਸ਼ਮਲਵ ਵਿਸਤਾਰ ਹੋਏਗਾ ਜਾਂ ਫਿਰ ਅਸ਼ਾਂਤ ਆਵਰਤੀ ਦਸ਼ਮਲਵ ਵਿਸਤਾਰ ਹੋਏਗਾ। ਇਹਦੇ 'ਚੋਂ 3 ਕੁਐਸਚਨ ਜਿਹੜੇ ਉਹ ਆਪਾਂ ਹੁਣ ਹੱਲ ਕਰਾਂਗੇ, ਸੋਲਵ ਕਰਾਂਗਾ ਮੈਂ। ਬਾਕੀ ਦੇ 3 ਕੁਐਸਚਨ ਨੇ ਜਿਹੜੇ ਉਹ ਤੁਸੀਂ ਨੋਟ ਕਰ ਲਓ ਤੇ ਤੁਸੀਂ ਆਪਣੇ ਆਪ ਟਰਾਈ ਕਰਨੇ ਨੇ। ਠੀਕ ਹੈ, ਤਾਂ ਆਓ ਦੇਖਦੇ ਹਾਂ। ਸਭ ਤੋਂ ਪਹਿਲਾਂ ਇਹਦਾ ਸਵਾਲ 36/100 ਜਿਹੜਾ ਹੈ। ਹਾਂਜੀ, तो 36 ਨੂੰ ਜਦੋਂ ਅਸੀਂ 100 ਦੇ ਨਾਲ ਡਿਵਾਈਡ ਕਰਾਂਗੇ ਤਾਂ ਬਹੁਤ ਈਜ਼ੀਲੀ, ਵੈਸੇ ਸਾਨੂੰ ਪਤਾ ਇਹਦਾ ਆਨਸਰ ਕੀ ਹੈ, ਫਿਰ ਵੀ ਅਸੀਂ ਇਹਨੂੰ ਡਿਵਾਈਡ ਕਰਕੇ ਇੱਕ ਵਾਰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ, 36 ਨੂੰ 100 ਦੇ ਨਾਲ ਭਾਗ ਕਰਨਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਕੋਲ 36 100 ਤੋਂ ਛੋਟਾ ਹੈ, ਤਾਂ ਇਹਦੇ ਨਾਲ ਇੱਕ 0 ਸਾਨੂੰ ਲਗਾਉਣੀ ਪਏਗੀ ਘੱਟੋ ਘੱਟ। ਤਾਂ ਦੂਸਰੀ ਸਾਈਡ ਸਾਡੇ ਕੋਲ ਭਾਗਫਲ ਦੇ ਵਿੱਚ ਪੁਆਇੰਟ ਜਿਹੜਾ ਉਹ ਪਹਿਲਾਂ ਹੀ ਸਟਾਰਟ ਹੋ ਜਾਏਗਾ ਦਸ਼ਮਲਵ। ਤਾਂ 3 ਦੇ ਨਾਲ ਗੁਣਾ ਕਰਾਂਗੇ ਤਾਂ 300 ਆ ਜਾਏਗਾ ਸਾਡੇ ਕੋਲ। ਠੀਕ, तो माइनस करने के नाल थोड़े नीचे साढ़े को 60 बचेगा, फिर असी 0 लगावांगे तो हम 6 ते जाएगा तो ये साढ़े को 600 आ जाएगा। ठीक, तो बाकी जो साढ़े को 0 बाकी 0 आने का भाव है कि ये जी डेसीमल एक्सपेंशन है वो साढ़े को इतने स्टॉप हो जाएगी, इस तो अगे नहीं चलेगी। भाव कि 36/100 जोड़ा है
ਇਹ ਸਾਡੇ ਕੋਲ ਕੀ ਬਣ ਜਾਂਦਾ ਹੈ 0.36। ਠੀਕ ਹੈ ਜੀ। तो ਇਹ ਦਸ਼ਮਲਵ ਪ੍ਰਸਾਰ ਸਾਡੇ ਕੋਲ ਕਿਸ ਤਰ੍ਹਾਂ ਦਾ ਹੋਇਆ ਸ਼ਾਂਤ ਦਸ਼ਮਲਵ ਵਿਸਤਾਰ ਹੋਇਆ ਸਾਡੇ। ठीक है शांत दशमलव विस्तार। तो इसी तरह दूजा जो सवाल है साडे कोल वो है 1/11। ठीक है। तो ये असी 1 ਨੂੰ 11 ਦੇ ਨਾਲ ਜਿਹੜਾ ਭਾਗ ਕਰਾਂਗੇ ਤੇ ਫਿਰ ਦੇਖਦੇ ਹਾਂ ਉਹਦਾ ਡੈਸੀਮਲ ਐਕਸਪੈਂਸ਼ਨ ਜਿਹੜਾ ਉਹ ਕਿਵੇਂ ਦਾ ਬਣਦਾ ਹੈ। ਹਾਂਜੀ। तो 11 क्योंकि 1 ਤੋਂ ਵੱਡਾ ਹੈ ਤਾਂ ਇਹਦੇ ਵਿੱਚ ਪਹਿਲਾਂ ਤਾਂ ਸਾਨੂੰ ਇੱਥੇ 0 ਤੇ ਪੁਆਇੰਟ ਜਿਹੜਾ ਲਗਾਉਣਾ ਪਏਗਾ, ਇੱਥੇ ਇੱਕ 0 ਲਗਾਉਣੀ ਪਏਗੀ। तो अजे भी साढ़े को 10 है 11 तो छोटा तो 1 0 होर लगानी पेगी। तो इत्थे भी असीं 1 0 होर लगा लांगे। ठीक है। तो 11 नूं हुण असीं 9 ते जदों करांगे गुणा तो साढ़े को 99 आएगा। 11 नाम 99। तो मैनूं उम्मीद है कि भाग करनी तुहानूं आंदी है चंगी तरह। छोटियां क्लासिस दे विच असीं बहुत चंगी तरह सीख चुके हैं सारियां चीज़ां नूं। ठीक है। तो माइनस करांगे साढ़े को फिर बाकी जिहड़ा फिर 1 बच गया। ठीक है। तो 1 दे नाल फिर अगर असीं 0 लगाने आ तो फिर साढ़े कोल आपां चैक कर सकते हैं कि अजे ये भाग नहीं इनू किया जा सकता तो सानू 1 की बजाय 2 0 लगानियां पैणगियां। अगर 2 0 लगानियां पैंदियां तो सानू इत्थे भी 1 0 जिहड़ी लगानी पेगी। ठीक है। फिर असीं 11 नूं जिहड़ा 9 दे नाल गुणा करांगे तो साडे कोल 99 आ जाएगा। 11 नाम 99 तो माइनस करांगे फिर साडे कोल जिहड़ा बाकी 1 बचदा है। फिर दोबारा साडे कोल 1 की बजाय इत्थे 2 0 लगानियां पैणगियां क्योंकि 1 नाल लगाण ते साडे कोल 1 0 यूज़ करन ते भी 10 जिहड़ा 11 तो छोटा रह जांदा है। अगर इत्थे 2 0 सानू इकट्ठियां लगानियां पैंदियां ने तो भागफल दे विच भी सानू 1 0 जिहड़ी अपने कोलों लगानी पैंदी है। तो 11 दे नाल फिर असीं भाग करदे हां। 11 नाम 99 हो जाएगा साडे कोल। तो बाकी जिहड़ा फिर मेरे कोल 1 आ गया। तो असीं देखिया कि बार बार साडे कोल पहले स्टैप तो ही जिहड़ा बाकी है वो 1 1 1 ही आई जा रहा है। तो ਇਹਦਾ मतलब इन्हें 0 ਤਾਂ ਕਦੇ ਹੋਣਾ ਨਹੀਂ। 0 ਕੀ ਹੋਣਾ 1 ਤੋਂ ਡਿਫਰੈਂਟ ਕੋਈ ਹੋਰ ਵੀ ਬਾਕੀ ਜਿਹੜਾ ਉਹ ਨਹੀਂ ਆ ਰਿਹਾ। ਇਹਦਾ ਮਤਲਬ ਇਹ ਜਿਹੜੀ ਭਾਗਫਲ ਹੈ ਇਹਦਾ ਜਿਹੜਾ ਦਸ਼ਮਲਵ ਵਿਸਤਾਰ ਉਹ ਐਵੇਂ ਕੰਟੀਨਿਊਸਲੀ ਸਾਡੇ ਕੋਲੋਂ ਚੱਲਦਾ ਹੀ ਜਾਏਗਾ। तो 1/11 ਨੂੰ ਆਪਾਂ ਲਿਖ ਸਕਦੇ ਹਾਂ 0.090909 ਜਾਂ ਫਿਰ ਇਹਨੂੰ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਅਗਰ ਜਿਹੜੇ ਹੁਣ ਇਹਦੇ ਵਿੱਚ 0 ਤੇ 9 ਜਿਹੜਾ ਰਿਪੀਟ ਹੋ ਰਿਹਾ ਤਾਂ ਇਹਨੂੰ ਮੈਂ ਲਿਖ ਸਕਦਾ 0.9 ਇਹਦੇ ਉੱਤੇ ਤੇ ਬਾਰ ਜਿਹੜੀ ਉਹ ਪਾਈ ਜਾ ਸਕਦੀ ਹੈ। ठीक है। तो यही साडे कोल इहदा आंसर होएगा 1/9 बराबर 0.0909 ਦੇ ਉੱਤੇ ਸਾਡੇ ਕੋਲ ਇਹ ਲਾਈਨ ਜਿਹੜੀ ਬਾਹਰ ਆਏਗੀ। ਔਰ ਜਿਹੜਾ ਦਸ਼ਮਲਵ ਵਿਸਤਾਰ ਆ ਉਹ ਕਿਵੇਂ ਦਾ ਹੈ ਇਹ ਸਾਡੇ ਕੋਲ ਅਸ਼ਾਂਤ ਆਵਰਤੀ ਦਸ਼ਮਲਵ ਵਿਸਤਾਰ ਹੈ। अशांत आवर्ती दशमलव विस्तार। ठीक है विद्यार्थियों। तो इस तो बाद एक सवाल होर जिहड़ा आपां इहदे च करदे हां चौथा करदे हां तीजा सॉरी। तो तीजे दी स्टेटमेंट जिहड़ी मेरे कोल है रकम है 4 सी 1/8। तो इहनूं पहलां असीं अणुचित पिंड दे विच बदलांगे 8 चौका 32 32 जमा 1/8 तो ये साडे कोल 33/8 हो जाएगा। ठीक है। तो भाव असीं 33 नूं जिहड़ा 8 दे नाल डिवाइड करना है। इहदे च 33 ਨੂੰ 8 ਨਾਲ ਜਦੋਂ ਅਸੀਂ डिवाइड करांगे तो 8 चौका 32 हो जाएगा साडे कोल। 32 माइनस करांगे साडे कोल जिहड़ा 1 बाकी आएगा तो उपरों तो ये बाकी साडे कोल 1 बचदा है। ठीक है। 1 जिहड़ा 8 तो छोटा है तो 1 सानू 0 इत्थे लगानी पेगी अपने कोलों। जदों 0 लगानी पेगी तो इधर डेसीमल जिहड़ा वो स्टार्ट हो जाएगा। ठीक। तो 8 1 8 ठीक। तो माइनस करांगे साडे कोल बाकी जिहड़ा 2 आ जाएगा। फिर 0 लगानी पेगी तो 8 दूनी 16 माइनस करांगे 4 फिर 1 0 लगानी पेगी तो 8 5 40 जिहड़ा है अपने कोलों आ जाएगा। ठीक है। तो असीं देखिया कि 4 से 1/8 जिहड़ा है इहदी जिहड़ी वैल्यू है साडे कोलों 4.125 आ जांदी। ठीक है। बाकी क्योंकि इत्थे साडे कोलों हुण 0 बन गया ਇਹਦਾ मतलब ਜਿਹੜੀ डेसीमल एक्सपेंशन है ਇਹਦੀ ਜਿਹੜਾ ਦਸ਼ਮਲਵ ਵਿਸਤਾਰ ਹੈ ਉਹ ਸਾਡੇ ਕੋਲ ਇੱਥੇ 5 ਤੇ ਰੁਕ ਜਾਏਗਾ। ਇਸ ਤੋਂ ਅੱਗੇ नहीं चलेगा तो भाव है कि ये साडे कोल जिहड़ा दशमलव प्रसार है विस्तार है वो किस तरह का है शांत दशमलव विस्तार है साडे शांत दशमलव विस्तार। ठीक है। तो ये साडे कोल इस क्वेश्चन दे ये साडे कोल 3 क्वेश्चन है इस क्वेश्चन का आंसर है। तो 6 क्वेश्चन टोटल सीगे। तुहानूं पहलां अगले 3 क्वेश्चन भी जिहड़े वो दिखाए सीगे। तो तुसी अगले 3 क्वेश्चन नूं सॉल्व करना है। सॉल्व करके उहदा डेसीमल एक्सपेंशन जां दशमलव विस्तार किवें दा है शांत है या अशांत आवर्ती है वो नोट करना है। नोट करके तुसी आंसर जिहड़ा कमेंट बॉक्स दे विच जरूर करना है। ठीक है। तो इस तो बाद अगले जिहड़े क्वेश्चन है वो नैक्सट वीडियो दे विच आपां शेयर करांगे क्योंकि कॉन्सैप्ट करदे साडे कोल काफ़ी
20-25 ਮਿੰਟ ਹੋ ਗਏ ਨੇ, 25 ਮਿੰਟ। ਤੋ ਇੰਨਾ ਬਹੁਤ ਹੈ ਅੱਜ ਦੇ ਲਈ। ਅਗਲੀ ਵੀਡੀਓ ਦੇ ਵਿੱਚ ਫਿਰ ਅਗਲੇ ਕੁਐਸਚਨ ਜਿਹੜੇ ਇਸ ਅਭਿਆਸ ਦੇ, ਇਸ ਐਕਸਰਸਾਈਜ਼ ਦੇ, ਉਹ ਆਪਾਂ ਡਿਸਕਸ ਕਰਾਂਗੇ। ਠੀਕ ਹੈ, ਤੋ ਉਦੋਂ ਤੱਕ ਸਤਿ ਸ਼੍ਰੀ ਅਕਾਲ। ਲਾਸਟ ਤੱਕ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ।